ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 327 ਤੋਂ ਲੈ ਕੇ 328 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਗੌੜੀ ਕਬੀਰ ਜੀ ਪਿੰਡ ਮੂਐ ਜੀਓ ਕਿਹ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਜਿਨ ਰਾਮ ਜਾਣਿਆ ਤਿਨਹਿ ਪਛਾਨਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਜਦੋਂ ਜੀਵ ਦਾ ਮੋਹ ਜਿਹੜਾ ਸਰੀਰ ਦੇ ਨਾਲ ਲੱਗਿਆ ਹੋਇਆ ਉਹ ਟੁੱਟ ਜਾਂਦਾ, ਅਤੇ ਜਾਂ ਜਦੋਂ ਜੀਵ ਦੀ ਮੌਤ ਹੋ ਜਾਂਦੀ ਆ, ਫਿਰ ਜੀਵ ਕਿੱਥੇ ਜਾਂਦਾ। ਫਿਰ ਕਹਿੰਦੇ ਜਦੋਂ ਜੀਵ ਦਾ ਆਪਣੇ ਸਰੀਰ ਨਾਲ ਮਾਇਆ ਨਾਲ ਮੋਹ ਟੁੱਟ ਜਾਂਦਾ, ਫਿਰ ਉਹ ਸਦਾ ਉਸ ਪਰਮਾਤਮਾ ਦੇ ਸ਼ਬਦ ਦੇ ਵਿੱਚ ਜੁੜਿਆ ਰਹਿੰਦਾ, ਲੀਨ ਰਹਿੰਦਾ। ਉਸ ਪਰਮਾਤਮਾ 'ਚ ਉਹਦੀ ਸੁਰਤ ਲੱਗੀ ਰਹਿੰਦੀ ਆ। ਫਿਰ ਕਹਿੰਦੇ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ। ਜਿਹਨੂੰ ਕਹਿੰਦੇ ਵੀ ਪਰਮਾਤਮਾ ਬਾਰੇ ਪਤਾ ਲੱਗ ਗਿਆ, ਉਹਨੇ ਹੀ ਫਿਰ ਪਰਮਾਤਮਾ ਨੂੰ ਪਛਾਣਿਆ ਹੈ। ਜਿਹਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਮੇਰੇ ਅੰਦਰ ਹੈ, ਫਿਰ ਉਹਨੇ ਹੀ ਪਰਮਾਤਮਾ ਨੂੰ ਅੰਦਰੋਂ ਖੋਜਿਆ ਹੈ। ਇਹ ਕਹਿੰਦੇ ਵੀ ਜਿਉਂ ਗੂੰਗੇ ਸਾਕਰ ਮਨ ਮਾਨਿਆ। ਜਿਵੇਂ ਮਤਲਬ ਕਹਿੰਦੇ ਗੂੰਗੇ ਦੇ ਮਠਿਆਈ ਖਾਣ ਨਾਲ, ਸ਼ੱਕਰ ਖਾਣ ਦੇ ਨਾਲ ਉਹਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਕਿਉਂਕਿ ਉਹ ਦੱਸ ਨਹੀਂ ਸਕਦਾ। ਇਸ ਤਰ੍ਹਾਂ ਹੀ ਉਹ ਜੀਵ ਆ ਜਿਹੜਾ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ, ਉਹ ਗੂੰਗਾ ਹੋ ਜਾਂਦਾ। ਉਹ ਇਸ ਚੀਜ਼ ਨੂੰ ਦੱਸ ਨਹੀਂ ਸਕਦਾ, ਅਨੁਭਵ ਹੀ ਕਰ ਸਕਦਾ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਰਹਾਓ ਕਹਿੰਦੇ ਵੀ ਜਿਹੜਾ ਜਿਹੜੀ ਆ ਘਟਨਾ ਵਾਪਰਦੀ ਹੈ ਜੀਵ ਦੇ ਪਰਮਾਤਮਾ ਦੇ ਨਾਲ ਮਿਲਣ ਦੀ, ਮਿਲਾਪ ਦੀ, ਵੀ ਜਾਂ ਇਹ ਜਿਹੜਾ ਪਰਮਾਤਮਾ ਵੀ ਉਹ ਦੱਸ ਸਕਦਾ, ਜਾਂ ਜਿਹਦੇ ਨਾਲ ਘਟਨਾ ਇਹ ਵਾਪਰਦੀ ਉਹ ਦੱਸ ਸਕਦਾ, ਪਰ ਉਹ ਕਿਸੇ ਨੂੰ ਮਤਲਬ ਉਹਨੂੰ ਮਹਿਸੂਸ ਹੁੰਦਾ, ਕਿਸੇ ਨੂੰ ਅਨੁਭਵ ਨਹੀਂ ਕਰਵਾ ਸਕਦਾ, ਹੈ ਨਾ। ਫਿਰ ਕਹਿੰਦੇ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਕਹਿੰਦੇ ਵੀ ਇਹ ਮੇਰੇ ਮਨ, ਵੀ ਤੂੰ ਜਿਹੜੇ ਆਪਣੇ ਸਵਾਸ ਨੇ ਅੰਦਰ, ਉਹ ਜਿਵੇਂ ਸੁਖਮਨ ਨਾਰੀ ਦੇ ਵਿੱਚ ਉਹ ਪ੍ਰਾਣਾਯਾਮ ਵਾਲੇ ਕਰਦੇ ਨੇ ਨਾ, ਉਹ ਇਸ ਤਰ੍ਹਾਂ ਕਹਿੰਦੇ ਤੂੰ ਆਪਣਾ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਦ੍ਰਿੜ ਕਰ। ਜਿਵੇਂ ਉਹ ਟਿਕਾਉਂਦੇ ਨੇ ਸੁਖਮਨ ਨਾਰੀ ਦੇ ਵਿੱਚ, ਪ੍ਰਾਣ ਟਿਕਾਉਂਦੇ ਨੇ ਨਾ ਆਪਣਾ ਸਵਾਸ, ਅਤੇ ਇਸ ਤਰ੍ਹਾਂ ਹੀ ਕਹਿੰਦੇ ਤੂੰ ਪਰਮਾਤਮਾ ਨੂੰ ਆਪਣੇ ਅੰਦਰ ਟਿਕਾ। ਸੋ ਗੁਰ ਕਰੋ ਜੇ ਬਹੁਰ ਨ ਕਰਨਾ, ਸੋ ਪਦ ਰਵੋ ਜੇ ਬਹੁਰ ਨ ਰਵਨਾ। ਫਿਰ ਕਹਿੰਦੇ ਗੁਰੂ ਉਹਨੂੰ ਬਣਾਓ ਜਿਹਨੂੰ ਇੱਦਾਂ ਨਹੀਂ ਕਿ ਬਾਰ-ਬਾਰ ਛੱਡ ਕੇ ਹੁਣ ਅੱਜ ਇਸ ਗੁਰੂ ਨੂੰ ਬਣਾਇਆ, ਇਸ ਗੁਰੂ ਨੂੰ। ਗੁਰੂ ਪਹਿਲਾਂ ਹੀ ਉਹ ਬਣਾਓ ਜਿਹੜਾ ਪੂਰਾ ਗੁਰੂ ਆ, ਜੋ ਆਪ ਪਹੁੰਚਿਆ ਹੋਇਆ। ਫਿਰ ਕਹਿੰਦੇ ਵੀ ਉਹੀ ਮੰਤਰ, ਗੁਰਮੰਤਰ ਧਿਆਓ। ਜੇ ਫਿਰ ਤੁਹਾਨੂੰ ਵਾਰ-ਵਾਰ ਮਤਲਬ ਇਹ ਨਾ ਹੋਵੇ ਕਿ ਅੱਜ ਮੈਂ ਐਸ ਮੰਤਰ ਦਾ ਜਾਪ ਕੀਤਾ, ਕੱਲ੍ਹ ਮੈਂ ਐਸ, ਜਿਹੜਾ ਮਤਲਬ ਗੁਰਮੰਤਰ ਹੈ ਉਹਨੂੰ ਆਪਣਾ ਇੱਕ ਨੂੰ ਧਿਆਓ। ਸੋ ਧਿਆਨ ਧਰੋ ਜੇ ਬਹੁਰ ਨ ਧਰਨਾ, ਐਸੇ ਮਰੋ ਜੇ ਬਹੁਰ ਨ ਮਰਨਾ। ਫਿਰ ਕਹਿੰਦੇ ਵੀ ਧਿਆਨ ਵੀ ਉਹਦਾ ਹੀ ਧਰੋ ਜਿਹੜਾ ਮੁੜ ਕੇ ਛੱਡਣਾ ਨਾ ਹੋਵੇ, ਕਿ ਕੱਲ੍ਹ ਕੋਈ ਕਹੇ ਵੀ ਮੈਂ ਇਸ ਦੇਵੀ ਦੇਵਤੇ ਦਾ ਕੀਤਾ ਜਾਂ ਇਹਦਾ ਕੀਤਾ। ਧਿਆਨ ਵੀ ਹੁਣ ਮੈਂ ਪਰਮਾਤਮਾ ਦਾ ਕਰਦਾ, ਪਹਿਲਾਂ ਹੀ ਪਰਮਾਤਮਾ ਦਾ ਧਿਆਨ ਰੱਖੋ, ਵੀ ਜੋ ਫਿਰ ਮੁੜ ਕੇ ਬਦਲਣਾ ਨਾ ਪਏ। ਐਸੇ ਮਰੋ ਜੇ ਬਹੁਰ ਨਾ ਮਰਨਾ। ਫਿਰ ਕਹਿੰਦੇ ਆਪਾ ਭਾਵ ਇਸ ਤਰ੍ਹਾਂ ਤੁਹਾਡਾ ਮਾਰਿਆ ਜਾਵੇ ਅੰਦਰੋਂ ਕਿ ਮੁੜ ਕੇ ਮਰਨ ਦੀ ਲੋੜ ਨਾ ਪਵੇ। ਜਿਹਦਾ ਆਪਾ ਭਾਵ ਮਰ ਜਾਂਦਾ, ਬਸ ਫਿਰ ਉਹ ਕਹਿੰਦੇ ਵੀ ਜਿਹੜਾ ਵਿਕਾਰਾਂ ਵੱਲੋਂ ਮੁਕਤ ਹੋ ਜਾਂਦਾ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਾਵੋ। ਉਲਟੀ ਗੰਗਾ ਜਮਨ ਮਿਲਾਵੋ ਕਿਸ ਤਰ੍ਹਾਂ, ਜਿਵੇਂ ਇੱਕ ਵਾਰ ਕਬੀਰ ਜੀ ਬਾਰੇ ਸੀ ਨਾ, ਕਿ ਕਬੀਰ ਜੀ ਕਹਿੰਦੇ ਵੀ ਇਸ ਤਰ੍ਹਾਂ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਵੀ ਜਿਵੇਂ ਉਹਨਾਂ ਦੇ ਸਵਾਸ ਜਿਵੇਂ ਬਾਹਰ ਆਉਂਦੇ ਨੇ, ਉਵੇਂ ਉਹ ਸਵਾਸ ਅੰਦਰ ਲੈ ਜਾਂਦੇ ਨੇ, ਹੈ ਨਾ। ਵੀ ਇਸ ਤਰ੍ਹਾਂ ਹੋ ਗਿਆ ਵੀ ਉਲਟੀ ਗੰਗਾ ਜਮਨ ਮਿਲਾਵੋ, ਜਿਵੇਂ ਨਾ ਵੀ ਜਿੱਥੋਂ ਕਹਿੰਦੇ ਵੀ ਸਵਾਸ ਨਿਕਲਿਆ ਉੱਥੇ ਹੀ ਸਵਾਸ ਮੁੜ ਕੇ
ਚਲੇ ਜਾਣਾ, ਵੀ ਇਸ ਤਰ੍ਹਾਂ ਮਤਲਬ ਇੰਨੇ ਧਿਆਨ ਵਿੱਚ ਹੋ ਜਾਣਾ। ਬਿਨ ਜਲ ਸੰਗਮ ਮਨ ਮਹਿ ਨਾਵੋ, ਜਿਵੇਂ ਕਹਿੰਦੇ ਨੇ ਨਾ ਵੀ ਗੰਗਾ ਜਮਨਾ ਤੇ ਤ੍ਰਿਵੈਣੀ, ਗੰਗਾ ਜਮਨਾ ਤੇ ਸਰਸਵਤੀ ਸ਼ਾਇਦ ਤਿੰਨੇ ਜਿੱਥੇ ਮਿਲਦੀਆਂ ਉੱਥੇ ਉਹਨੂੰ ਤ੍ਰਿਵੈਣੀ ਦਾ ਸੰਗਮ ਕਹਿੰਦੇ ਨੇ ਨਾ। ਪਰ ਇੱਥੇ ਕਹਿੰਦੇ ਵੀ ਮੈਂ ਜਿਹੜੇ ਸਾਰੇ ਆਪਣੇ ਸਵਾਸ ਨੇ, ਈੜਾ ਪਿੰਗਲਾ ਸੁਖਮਨੀ, ਤਿੰਨਾਂ ਦੇ ਸਵਾਸ ਇੱਕ ਜਗ੍ਹਾ 'ਤੇ ਟਿਕ ਗਏ ਨੇ। ਅਤੇ ਫਿਰ ਉਸ ਵਿੱਚ ਮੈਂ ਕਿ ਬਿਨਾਂ ਜਲ ਤੋਂ ਹੁਣ ਅੰਦਰ ਜਲ 'ਚ ਜਲ ਨਹੀਂ ਨਾ, ਪਰ ਮਤਲਬ ਇਹ ਸਵਾਸਾਂ ਦਾ ਜਿਹੜਾ ਅੰਦਰ ਜਲ ਆ ਵੀ ਉਹਦੇ ਵਿੱਚ ਮੈਂ ਧਿਆਨ ਧਰ ਕੇ ਉਹਦੇ ਵਿੱਚ ਨਹਾ ਰਿਹਾ। ਕਹਿੰਦੇ ਲੋਚਾ ਸਮਸਰ ਏ ਬਿਉਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਕਹਿੰਦੇ ਮੈਂ ਸਾਰਿਆਂ ਨੂੰ ਇੱਕ ਸਮਾਨ ਸਮਝਦਾ ਅਤੇ ਸਾਰਿਆਂ ਨਾਲ ਇੱਕ ਤਰ੍ਹਾਂ ਦਾ ਵਰਤਾਵਾ ਕਰ ਰਿਹਾ। ਹੁਣ ਇਹ ਕਿਉਂ ਹੋ ਰਿਹਾ? ਕਹਿੰਦੇ ਤਤ ਵਿਚਾਰ ਕਿਆ ਅਵਰ ਵਿਚਾਰਾ। ਕਹਿੰਦੇ ਹੁਣ ਜਦੋਂ ਪਰਮਾਤਮਾ ਦੀ ਅਸਲੀਅਤ ਪਤਾ ਲੱਗ ਗਈ, ਜੀਵਨ ਦੀ ਅਸਲੀਅਤ ਪਤਾ ਲੱਗ ਗਈ, ਕਹਿੰਦੇ ਇਹਦੇ ਉੱਪਰੋਂ ਹੋਰ ਕੋਈ ਵਿਚਾਰ ਫਿਰ ਰਹਿ ਹੀ ਨਹੀਂ ਗਈ। ਫਿਰ ਇਸ ਕਰਕੇ ਹੁਣ ਮੈਂ ਸਾਰਿਆਂ 'ਚ ਉਹਨੂੰ ਹੀ ਵਰਤਦਾ ਸਮਝਦਾ ਅਤੇ ਸਾਰਿਆਂ ਨਾਲ ਇੱਕੋ ਜਿਹਾ ਹੀ ਵਿਵਹਾਰ ਕਰਦਾ। ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਕਹਿੰਦੇ ਕਿਉਂਕਿ ਹੁਣ ਮੈਂ ਪਰਮਾਤਮਾ ਵੱਲ ਲੱਗ ਗਿਆ। ਕਹਿੰਦੇ ਜਿਹੜਾ ਮੇਰਾ ਸੁਭਾਅ, ਜਿਵੇਂ ਇਹ ਹੁੰਦੇ ਨੇ ਨਾ ਪੰਜੇ ਤੱਤ ਆਪਣੇ, ਜਿਨ੍ਹਾਂ ਨਾਲ ਸਰੀਰ ਵੀ ਬਣਿਆ ਹੋਇਆ ਨਾ, ਵਾਯੂ ਆ, ਅੱਗ ਆ, ਪਾਣੀ ਆ, ਧਰਤੀ ਆ, ਆਕਾਸ਼ ਆ, ਵੀ ਕਹਿੰਦੇ ਇਹਨਾਂ ਪੰਜਾਂ ਦੇ ਜਿਹੜੇ ਗੁਣ ਨੇ ਮੈਂ ਗ੍ਰਹਿਣ ਕਰ ਲਏ ਨੇ। ਜਿਵੇਂ ਹੁਣ ਦੇਖ ਲਓ ਇਹ ਪੰਜੇ ਵਿਰੋਧੀ ਤੱਤ ਨੇ, ਪਰਮਾਤਮਾ ਨੇ ਅੰਦਰ ਟਿਕਾਏ ਹੋਏ ਨੇ, ਫਿਰ ਅੰਦਰ ਸ਼ਾਂਤੀ 'ਚ ਰਹਿੰਦੇ ਨੇ। ਅਤੇ ਇਹਨਾਂ ਦੇ ਇਸ ਤਰ੍ਹਾਂ ਦੇ ਗੁਣ ਕਹਿੰਦੇ ਜਿਵੇਂ ਹੁਣ ਵੀ ਹਵਾ ਕਹਿੰਦੇ ਸਾਰਿਆਂ ਨੂੰ ਇੱਕ ਸਮਾਨ ਲੱਗਦੀ ਆ, ਫਿਰ ਵੀ ਨਿਰਲੇਪ ਰਹਿੰਦੀ ਹੈ ਨਾ, ਵੀ ਕਿਸੇ ਨਾਲ ਉਹ ਨਹੀਂ ਕਰਦੀ। ਫਿਰ ਜਿਹੜਾ ਪਾਣੀ ਆ ਦੂਜਿਆਂ ਦੀ ਮੈਲ ਧੋਂਦਾ, ਫਿਰ ਵੀ ਕਹਿੰਦੇ ਆਪ ਵੀ ਠੀਕ ਰਹਿੰਦਾ ਹੈ ਨਾ। ਅਤੇ ਜਿਹੜੀ ਹੈਗੀ ਆ ਹਵਾ, ਇਹ ਵੀ ਸਾਰਿਆਂ ਨੂੰ ਇੱਕ ਸਮਾਨ ਲੱਗਦੀ ਆ। ਅਤੇ ਜਿਹੜੀ ਅੱਗ ਆ ਕਹਿੰਦੇ ਵੀ ਇਹ ਰੋਸ਼ਨੀ ਵੀ ਦਿੰਦੀ ਆ, ਅਤੇ ਜਿਹੜੀ ਹੈਗੀ ਆ ਮੈਲ ਵੀ ਕੱਟਦੀ ਆ, ਫਿਰ ਵੀ ਆਪ ਵੀ ਨਿਰਲੇਪ ਰਹਿੰਦੀ ਆ। ਇਵੇਂ ਕਹਿੰਦੀ ਧਰਤੀ ਆ, ਕੋਈ ਉਹਨੂੰ ਚਾਹੇ ਸਵਾਰੋ ਚੰਦਨ ਦੇ ਨਾਲ, ਚਾਹੇ ਕੋਈ ਉਹਨੂੰ ਖੋਦੋ ਪੁੱਟੋ, ਕੁਛ ਵੀ ਕਰੋ, ਉਹ ਮਤਲਬ ਬੜੀ ਉਹ 'ਚ ਸਹਿਣ ਸ਼ਕਤੀ ਹੈ ਨਾ। ਇਸ ਤਰ੍ਹਾਂ ਹੀ ਆਕਾਸ਼ ਕਹਿੰਦੇ ਵੀ ਜਿੱਦਾਂ ਹਨੇਰੀਆਂ ਆਉਣ, ਮੀਂਹ ਆਉਣ, ਸਭ ਕੁਛ ਚੱਲਦਾ, ਪਰ ਉਹ ਸਭ ਤੋਂ ਨਿਰਲੇਪ ਰਹਿੰਦਾ। ਕਹਿੰਦੇ ਇਹਨਾਂ ਪੰਜਾਂ ਤੱਤਾਂ ਵਾਲੀ ਕਹਿੰਦੇ ਨਿਰਲੇਪਤਾ ਮੇਰੇ ਵਿੱਚ ਆ ਗਈ ਆ, ਕਿਉਂਕਿ ਮੈਂ ਹੁਣ ਪਰਮਾਤਮਾ ਵਾਲੇ ਪਾਸੇ ਲੱਗ ਗਿਆ। ਕਹੇ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬਹੁਰ ਨ ਆਵੋ। ਕਹਿੰਦੇ ਉਸ ਪਰਮਾਤਮਾ ਦਾ ਭਜਨ ਕਰ ਕਰਕੇ ਕਹਿੰਦੇ ਉਸ ਘਰ ਪਹੁੰਚ ਗਿਆ ਜਿਸ ਘਰ ਤੋਂ ਫਿਰ ਮੁੜ ਕੇ ਜਨਮ ਮਰਨ ਨਹੀਂ ਹੁੰਦਾ। ਮੈਂ ਉੱਥੇ ਟਿਕ ਗਿਆ, ਅਸਲੀ ਟਿਕਾਣਾ ਮੈਨੂੰ ਮਿਲ ਗਿਆ ਹੈ। ਬਹੁਤ ਹੀ ਪਿਆਰਾ ਸਮਝਾ ਰਹੇ ਨੇ ਕਬੀਰ ਜੀ ਬਾਣੀ ਦੇ ਵਿੱਚ। ਵਾਹਿਗੁਰੂ ਜੀ। ਗੌੜੀ ਕਬੀਰ ਜੀ ਤਿਪਦੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਵੀ ਜੇ ਆਪਣੇ ਬਰਾਬਰ ਦਾ ਸਾਵਾਂ ਸੋਨਾ ਵੀ ਤੋਲ ਕੇ ਦੇਈਏ ਤਾਂ ਵੀ ਪਰਮਾਤਮਾ ਨਹੀਂ ਮਿਲਦਾ। ਇਹ ਆਪਣਾ ਮਨ ਦੇ ਕੇ ਉਹਦੇ ਇਵਜ਼ ਵਿੱਚ ਹੀ ਪਰਮਾਤਮਾ ਮਿਲਦਾ। ਇਹਦੇ ਬਾਰੇ ਬਾਬਾ ਬਹਾਦਰ ਸਿੰਘ ਜੀ ਕਹਿੰਦੇ ਨੇ ਕਿ ਵੀ ਉਦੋਂ ਕਬੀਰ ਜੀ ਦੇ ਕੋਲ ਕੋਈ ਬਹੁਤ ਜਿਹੜਾ ਅਮੀਰ ਬੰਦਾ ਸੀ, ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਆਇਆ, ਲੱਦ ਕੇ ਘੋੜਿਆਂ 'ਤੇ ਅਸ਼ਰਫੀਆਂ ਲੱਦ ਕੇ ਲੈ ਕੇ ਆਇਆ ਵੀ ਇਹ ਲੈ ਲਓ ਅਤੇ ਸੁਣਿਆ ਵੀ ਤੁਸੀਂ ਪਰਮਾਤਮਾ ਨੂੰ ਪਾ ਲਿਆ, ਵੀ ਸਾਨੂੰ ਮਤਲਬ ਵੀ ਇਹਦੀ ਮਦਦ ਕਰੋ ਵੀ ਅਸੀਂ ਵੀ ਪਰਮਾਤਮਾ ਨੂੰ ਪਾ ਲਈਏ। ਤਾਂ ਇਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਸੀ ਕਿ ਵੀ ਪਰਮਾਤਮਾ, ਉਹਨੇ ਫਿਰ ਇਹ ਵੀ ਕਿਹਾ ਸੀ, ਜਿਹੜਾ ਬੰਦਾ ਸੀ ਕਹਿੰਦਾ ਵੀ ਇਹ ਵੀ ਲੈ ਲਓ ਵੀ ਹੋਰ ਵੀ ਤੁਹਾਨੂੰ ਹੋਰ ਵੀ ਮੰਗਵਾ ਕੇ ਦੇ ਸਾਂ ਜਿੰਨੀਆਂ ਲੋੜ ਆ। ਤਾਂ ਫਿਰ ਕਬੀਰ ਜੀ ਨੇ ਇਹ ਕਿਹਾ ਸੀ ਵੀ ਸਾਵਾਂ ਸੋਨਾ ਤੋਲ ਕੇ ਆਪਦੇ ਵੱਟੇ ਦੇ ਦਈਏ ਤਾਂ ਵੀ ਨਹੀਂ ਮਿਲਦਾ, ਉਹ ਤਾਂ ਮਨ ਦੇ ਕੇ ਮਿਲਦਾ। ਇਹ ਮਨ ਦੀਆਂ ਗੱਲਾਂ ਨੇ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਕਹਿੰਦੇ ਹੁਣ ਮੈਨੂੰ ਰਾਮ ਆਪਦਾ ਹੀ ਲੱਗਦਾ।
ਕਹਿੰਦੇ ਮਤਲਬ ਕੁਦਰਤ ਵੱਲੋਂ ਹੀ ਕਹਿੰਦੇ ਮੇਰਾ ਨਾ ਸਹਿਜ ਦੇ ਵਿੱਚ ਹੀ ਮੇਰਾ ਪਰਮਾਤਮਾ ਦੇ ਵਿੱਚ ਮਨ ਟਿਕ ਗਿਆ। ਰਹਾਓ। ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਕਹਿੰਦੇ ਬ੍ਰਹਮਾ ਨੇ ਵੀ ਕਹਿੰਦੇ ਵੀ ਬਹੁਤ ਜ਼ੋਰ ਲਾਇਆ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ। ਕਹਿੰਦੇ ਮੇਰੇ ਤੇ ਘਰ ਬੈਠੇ ਹੀ ਪਰਮਾਤਮਾ ਮੇਰੇ ਕੋਲ ਆ ਗਿਆ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ, ਕਿੰਨੀਆਂ ਪਿਆਰੀਆਂ ਗੱਲਾਂ ਭਗਤਾਂ ਦੀਆਂ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਜੀ ਕਹਿੰਦੇ ਨੇ ਹੁਣ ਮੇਰੀ ਜਿਹੜੀ ਉਹ ਚੰਚਲਤਾ ਵਾਲੀ ਮੱਤ ਆ ਨਾ, ਜਿਹੜੀ ਕਦੇ ਪਦਾਰਥਾਂ ਦੇ ਪਿੱਛੇ ਮਾਇਆ ਪਿੱਛੇ ਇੱਦਾਂ ਭੱਜ ਜਾਂਦੀ ਹੈ ਇੱਕਦਮ ਹੀ, ਕਹਿੰਦੇ ਚੰਚਲ ਜਿਵੇਂ ਮਤਲਬ ਡਿੱਗ ਜਾਂਦੀ ਹੈ ਨਾ, ਹੁਣ ਕਹਿੰਦੇ ਵੀ ਮੇਰੇ ਭਾਗਾਂ ਦੇ ਵਿੱਚ ਪਰਮਾਤਮਾ ਦੀ ਭਗਤੀ ਹੋਈ ਲਿਖੀ ਹੋਈ ਆ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਕਬੀਰ ਜੀ ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਕਹਿੰਦੇ ਜਿਸ ਮੌਤ ਤੋਂ ਸਾਰਾ ਜੱਗ ਡਰਦਾ, ਕਹਿੰਦੇ ਜਦੋਂ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਅੰਦਰ ਪ੍ਰਕਾਸ਼ ਹੋ ਗਿਆ ਅਸਲੀਅਤ ਦਾ, ਕਹਿੰਦੇ ਫਿਰ ਉਹ ਮਰਨ ਬਾਰੇ ਵੀ ਕਹਿੰਦੇ ਜਿਹੜੀ ਸੱਚਾਈ ਆ ਉਹ ਸਮਝ ਲੱਗ ਗਈ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨ ਜਾਣਿਆ। ਰਹਾਓ। ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਬਾਰੇ ਪਤਾ ਨਹੀਂ ਹੁੰਦਾ, ਜੇ ਜਾਣ ਪਹਿਚਾਣ ਨਹੀਂ ਹੁੰਦੀ, ਕਹਿੰਦੇ ਉਹ ਵੀ ਮੌਤ ਤੋਂ ਬਹੁਤ ਹੀ ਡਰਦੇ ਨੇ। ਫਿਰ ਕਹਿੰਦੇ ਅਬ ਕੈਸੇ ਮਰੋ ਮਰਨ ਮਨ ਮਾਨਿਆ। ਕਹਿੰਦੇ ਹੁਣ ਮੈਨੂੰ ਦੁਬਾਰਾ ਮਰਨ ਦੀ ਉਹ ਹੈ ਨਹੀਂ ਲੋੜ ਨਾ। ਇੱਕ ਵਾਰ ਪਰਮਾਤਮਾ ਵੱਲ ਮੇਰਾ ਮਨ ਮਰ ਗਿਆ, ਦੁਨੀਆ ਤੋਂ ਮਰ ਕੇ ਪਰਮਾਤਮਾ ਵੱਲ ਆ ਗਿਆ। ਹੁਣ ਮੁੜ ਕੇ ਨਾ ਤਾਂ ਮੌਤ ਦਾ ਹੀ ਡਰ ਰਿਹਾ, ਨਾ ਹੀ ਆਤਮਿਕ ਮੌਤ ਆਉਣੀ ਆ। ਉਹ ਸਭ ਡਰ ਚੱਕ ਹੋ ਗਏ, ਕਿਉਂਕਿ ਪਰਮਾਤਮਾ ਦੀ ਜਿਹੜੀ ਇਹ ਜ਼ਿੰਦਗੀ ਦੀ ਅਸਲੀਅਤ ਬਣਾਈ ਆ ਉਹ ਸਮਝ ਲੱਗ ਗਈ, ਕਿਉਂਕਿ ਪਰਮਾਤਮਾ ਦੇ ਵਿੱਚ ਮਨ ਭਿੱਜ ਗਿਆ। ਪਰਮਾਤਮਾ ਦੀ ਜਿੱਦਾਂ ਅੰਦਰ ਪ੍ਰਕਾਸ਼ ਕਰਤਾ ਜੀਵਨ ਦਾ। ਵਾਹਿਗੁਰੂ ਜੀ, ਇਹ ਬੰਦਗੀ ਵਾਲਿਆਂ ਨਾਲ ਹੀ ਵਾਪਰਦਾ ਸੰਗਤ ਜੀ। ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਕਹਿੰਦੇ ਮਰਨ ਦੀਆਂ ਗੱਲਾਂ ਤਾਂ ਵੀ ਸਾਰੇ ਹੀ ਕਰਦੇ ਨੇ ਨਾ, ਜਿਸ ਤਰ੍ਹਾਂ ਮੌਤ ਤੋਂ ਹਰ ਕੋਈ ਡਰਦਾ ਹੈਗਾ, ਪਰ ਕਹਿੰਦੇ ਵੀ ਜਿਹੜੇ ਕੋਈ ਸਹਿਜਤਾ ਦੇ ਵਿੱਚ ਆਤਮਿਕ ਜੀਵਨ ਪਾ ਲੈਂਦੇ ਨੇ, ਵਿਕਾਰਾਂ ਵੱਲੋਂ ਮਰ ਜਾਂਦੇ ਨੇ, ਉਹ ਕਹਿੰਦੇ ਅਮਰ ਹੋ ਜਾਂਦੇ ਨੇ। ਫਿਰ ਦੁਬਾਰਾ ਉਹਨਾਂ ਨੂੰ ਮੌਤ ਨਹੀਂ ਆਉਂਦੀ, ਜੀਵਦਿਆਂ ਮੁਕਤ ਹੋ ਜਾਂਦੇ ਨੇ। ਕਹੋ ਕਬੀਰ ਮਨ ਭਿਆ ਆਨੰਦਾ, ਗਿਆ ਪਰਮ ਰਿਹਾ ਪਰਮਾਨੰਦਾ। ਜਿਹਨੂੰ ਹੁਣ ਪਰਮਾਤਮਾ ਬਾਰੇ ਜਾਣ ਪਛਾਣ ਹੋ ਜਾਵੇ, ਪਰਮਾਤਮਾ ਨਾਲ ਸਾਂਝ ਪੈ ਜਾਵੇ, ਜੀਵਨ ਦੀ ਅਸਲੀਅਤ ਸਮਝ ਲੱਗ ਜਾਵੇ, ਉਹਦੇ ਫਿਰ ਮਨ 'ਚ ਆਨੰਦ ਹੀ ਆਉਣਾ, ਜਿਹਨੂੰ ਅਸਲੀਅਤ ਸਮਝ ਆ ਗਈ। ਸਾਰੇ ਭਰਮ ਕਹਿੰਦੇ ਹੁਣ ਚਲੇ ਗਏ ਨੇ, ਪਿੱਛੇ ਕੀ ਰਹਿ ਗਿਆ? ਪਰਮਾਨੰਦ। ਉਹ ਜੋ ਪਰਮ ਆਨੰਦ ਦਾ ਸੋਮਾ ਪਰਮਾਤਮਾ ਕਹਿੰਦੇ ਬਸ ਮੇਰੇ ਹਿਰਦੇ 'ਚ ਹੀ ਰਹਿ ਗਿਆ। ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ। ਕਹਿੰਦੇ ਜਿਸ ਜੀਵ ਦੇ ਅੰਦਰ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਪੀੜਾ ਬੈਰਾਗ ਆ, ਕਹਿੰਦੇ ਸਰੀਰ ਦੇ ਉੱਪਰੋਂ ਲੱਭਿਆ ਤਾਂ ਕੋਈ ਕਹਿੰਦੇ ਬਿਮਾਰੀ ਨਹੀਂ ਲੱਭਦੀ। ਜਦੋਂ ਕਹਿੰਦੇ ਕੋਈ ਬਿਮਾਰੀ ਨਹੀਂ ਲੱਭਦੀ ਤਾਂ ਦਵਾਈ ਕਿੱਥੇ ਲਾਈਏ? ਕਹਿੰਦੇ ਫਿਰ ਸਾਰਾ ਸਰੀਰ ਲੱਭਿਆ, ਕਿਤੇ ਲੱਭਿਆ ਨਹੀਂ ਹੈਗਾ ਵੀ ਕਿੱਥੋਂ ਪੀੜ ਹੋ ਰਹੀ ਹੈ ਇਹ ਜਿਹੜੀ ਪਰਮਾਤਮਾ ਨਾਲ ਵਿਰਾਗ ਦੀ ਆ, ਪ੍ਰੀਤ ਦੀ ਆ। ਫਿਰ ਕਹਿੰਦੇ ਦਵਾਈ ਕਿੱਥੇ ਲਾਈਏ? ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੈ ਤੀਰ। ਰਹਾਓ। ਕਹਿੰਦੇ ਇਹ ਪੀੜਾ ਤਾਂ ਜਿਹਨੂੰ ਲੱਗੀ ਹੁੰਦੀ ਆ ਉਹੀ ਜਾਣਦਾ, ਜਿਸ ਤਨ ਲੱਗੈ ਸੋਈ ਤਨ ਜਾਣੈ। ਕਹਿੰਦੇ ਰਾਮ ਦੀ ਭਗਤੀ ਆ ਜੋ ਬੜੇ ਕਹਿੰਦੇ ਇਹ ਨਾ ਅਨਿਆਲੇ ਤੀਰ ਨੇ, ਕਹਿੰਦੇ
ਮਤਲਬ ਤਿੱਖੇ ਤੀਰ ਨੇ, ਜਿਹਨੂੰ ਵੱਜਦੇ ਨੇ ਉਹੀ ਇਹ ਪੀੜਾ ਨੂੰ ਸਮਝ ਸਕਦਾ। ਏਕ ਪਾਏ ਦੇਖੂੰ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਕਹਿੰਦੇ ਮੈਂ ਸਾਰੀਆਂ ਜੀਵ ਇਸਤਰੀਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ। ਕਹਿੰਦੇ ਕੀ ਪਤਾ ਵੀ ਕਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਪਿਆਰੀ ਲੱਗਦੀ ਆ। ਕਹੋ ਕਬੀਰ ਜਾ ਕੇ ਮਸਤਕ ਪਾਗ, ਸਭ ਪਰ ਹਰਤਾ ਕੋ ਮਿਲੈ ਸੁਹਾਗ। ਕਹਿੰਦੇ ਜਿਸ ਜੀਵ ਇਸਤਰੀ ਦੇ ਚੰਗੇ ਭਾਗ ਨੇ, ਕਹਿੰਦੇ ਬਾਕੀ ਸਾਰੀਆਂ ਜੀਵ ਇਸਤਰੀਆਂ ਨੂੰ ਛੱਡ ਕੇ ਪਰਮਾਤਮਾ ਉਸ ਜੀਵ ਇਸਤਰੀ ਨੂੰ ਮਿਲਦਾ। ਪਰਮਾਤਮਾ ਉਹ ਸੁਹਾਗ ਆ ਜੋ ਕਦੇ ਮਰਦਾ ਨਹੀਂ, ਨਾ ਕਿਤੇ ਜਾਂਦਾ। ਉਹ ਫਿਰ ਸਦਾ ਸੁਹਾਗਣ ਹੋ ਜਾਂਦੀ ਹੈ ਜੀਵ ਇਸਤਰੀ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਕਬੀਰ ਜੀ ਜਾ ਕੇ ਹਰਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ। ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਰਗਾ ਠਾਕੁਰ ਹੈ, ਮਾਲਕ ਹੈ, ਕਹਿੰਦੇ ਉਹਨੂੰ ਤਾਂ ਹਜ਼ਾਰਾਂ ਹੀ ਮੁਕਤੀਆਂ ਜਾ ਕੇ ਮਿਲਦੀਆਂ ਨੇ। ਜਿਵੇਂ ਇੱਕ ਮੁਕਤੀ ਇਨਸਾਨ ਲੱਭਦਾ, ਉਹਨੂੰ ਤਾਂ ਕਹਿੰਦੇ ਬਹੁਤ ਮੁਕਤੀਆਂ ਮਿਲਦੀਆਂ ਨੇ ਆਪ ਹੀ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ ਰਹਾਓ। ਕਹਿੰਦੇ ਹੁਣ ਪਰਮਾਤਮਾ ਜਦੋਂ ਤੇਰੇ ਤੇ ਭਰੋਸਾ ਵੱਜ ਗਿਆ, ਕਹਿੰਦੇ ਹੁਣ ਸੰਸਾਰ ਦੇ ਕਿਸੇ ਵੀ ਜੀਵ ਤੋਂ ਕੋਈ ਮੁਹਸ਼ੰਦਗੀ ਨਹੀਂ ਰਹਿ ਗਈ। ਕਿਸੇ ਤੋਂ ਮਤਲਬ ਹੁਣ ਕਿਸੇ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ ਰਹਿ ਗਈ। ਤੀਨ ਲੋਕ ਜਾ ਕੇ ਹੈ ਪਾਰ, ਸੋ ਕਾਹੇ ਨਾ ਕਰੈ ਪ੍ਰਤਪਾਰ। ਕਹਿੰਦੇ ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਨੂੰ ਸਹਾਰਾ ਦੇ ਰਿਹਾ, ਵੀ ਤੇਰੀ ਪ੍ਰਤਪਾਲਨਾ ਕਿਉਂ ਨਹੀਂ ਕਰੂਗਾ ਜੀਵ, ਭਰੋਸਾ ਰੱਖੋ ਤੇ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਕਹਿੰਦੇ ਹੁਣ ਇੱਕ ਸੋਚ ਇਹ ਆਈ ਆ, ਕਬੀਰ ਜੀ ਕਹਿੰਦੇ ਕਿ ਵੀ ਜੇ ਆਪਾਂ ਕਹੀਏ ਜਿਸ ਬੱਚੇ ਨੂੰ ਮਾਂ ਹੀ ਜੇ ਜ਼ਹਿਰ ਦੇਵੇ ਤਾਂ ਉਹਨੂੰ ਫਿਰ ਕੌਣ ਬਚਾਏਗਾ। ਪਰ ਮਾਂ ਇੱਦਾਂ ਕਰਦੀ ਨਹੀਂ ਨਾ, ਕਿਉਂਕਿ ਮਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਇਸ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਸਾਡਾ ਮਾਤਾ ਪਿਤਾ, ਉਹ ਸਾਨੂੰ ਕਿਉਂ ਦੁੱਖ ਦੇਊਗਾ, ਉਹ ਆਪਣੇ ਬੱਚਿਆਂ ਨੂੰ ਕਿਉਂ ਦੁੱਖ ਦੇਊਗਾ। ਹਾਂ ਉਹ ਥੋੜ੍ਹਾ ਝਿੜਕ ਕੇ ਕੁਛ ਸੁਧਾਰ ਕਰ ਸਕਦਾ, ਪਰ ਉਹ ਦੁੱਖ ਨਹੀਂ ਦਿੰਦਾ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ। ਕਹਿੰਦੇ ਹੇ ਪੰਡਿਤ ਇਹ ਵਿਚਾਰ ਕਰਕੇ ਦੇਖ, ਸਤ ਤੋਂ ਬਿਨਾਂ ਕੋਈ ਇਸਤਰੀ ਕਿਵੇਂ ਸਤੀ ਹੋ ਸਕਦੀ ਆ। ਪ੍ਰੀਤ ਬਿਨਾ ਕੈਸੇ ਬਧੈ ਸਨੇਹ, ਜਬ ਲਗ ਰਸ ਤਬ ਲਕ ਨਹੀਂ ਨੇਹ ਰਹਾਓ। ਕਹਿੰਦੇ ਜਦੋਂ ਤੱਕ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਪੈਂਦੀ, ਫਿਰ ਕਿਵੇਂ ਪਿਆਰ ਵੱਧ ਸਕਦਾ ਜੀਵ ਦਾ। ਪਰ ਜਦ ਤੱਕ ਕਹਿੰਦੇ ਜੀਵ ਦਾ ਪ੍ਰੇਮ ਸੰਸਾਰਕ ਰਸਾਂ ਕਸਾਂ ਨਾਲ ਆ, ਮਾਇਆ ਨਾਲ ਆ, ਫਿਰ ਉਦੋਂ ਤੱਕ ਕਿਵੇਂ ਪਰਮਾਤਮਾ ਨਾਲ ਪਿਆਰ ਪੈ ਸਕਦਾ ਜੀਵ ਦਾ। ਸਾਹਨ ਸਤ ਕਰੈ ਅਜੀ ਆਪਣੈ, ਸੋ ਰਮਈਏ ਕੋ ਮਿਲੈ ਨ ਸਪਨੈ। ਸਾਹਨ ਸਤ ਕਰੈ ਜੀ ਆਪਣੈ, ਸੋ ਰਮਈਏ ਕੋ ਮਿਲੇ ਨ ਸੁਪਨੈ। ਕਹਿੰਦੇ ਜਿਹੜਾ ਜੀਵ ਅਜੇ ਮਾਇਆ ਨੂੰ ਹੀ ਪਿਆਰ ਕਰ ਰਿਹਾ, ਕਹਿੰਦੇ ਉਹ ਤਾਂ ਸੁਪਨੇ 'ਚ ਵੀ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਤਨ ਮਨ ਧਨ ਗ੍ਰਹਿ ਸੌਪ ਸਰੀਰ, ਸੋਈ ਸੁਹਾਗਨ ਕਹੇ ਕਬੀਰ। ਜਿਸ ਜੀਵ ਨੇ ਕਹਿੰਦੇ ਆਪਣਾ ਤਨ ਮਨ ਧਨ ਤੇ ਇਸ ਸਰੀਰ ਦਾ ਪਿਆਰ ਉਹ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿੱਤਾ, ਉਹੀ ਕਹਿੰਦੇ ਜੀਵ ਇਸਤਰੀ ਸੁਹਾਗਣ ਕਹਾ ਸਕਦੀ ਆ। ਕਬੀਰ ਜੀ ਕਹਿੰਦੇ ਨੇ। ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ। ਕਹਿੰਦੇ ਸਾਰਾ ਸੰਸਾਰ ਮਾਇਆ ਦੀ ਜ਼ਹਿਰ ਦੇ ਵਿੱਚ ਗਲਤਾਨ ਹੈ। ਕਹਿੰਦੇ ਇਹ ਜਿਹੜੀ ਮਾਇਆ ਇਹ ਤਾਂ ਪੂਰੇ ਪਰਿਵਾਰਾਂ ਦੇ ਪਰਿਵਾਰ ਲੈ ਕੇ ਡੋਬ ਦਿੰਦੀ ਆ ਸੰਸਾਰ ਸਾਗਰ 'ਚ।
ਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਉ ਤੋੜ ਵਿਖਿਆ ਸੰਗ ਜੋੜੀ। ਰਹਾਓ। ਕਹਿੰਦੇ ਹੇ ਜੀਵ, ਤੂੰ ਆਪਣੀ ਜਿਹੜੀ ਇਹ ਜੀਵਨ ਰੂਪੀ ਨੌਕਾ ਹੈਗੀ ਆ, ਕਿਉਂ ਰੜੇ ਮੈਦਾਨ 'ਚ ਬਿਨਾਂ ਪਾਣੀ ਤੋਂ ਹੀ ਕਹਿੰਦੇ ਕਿੱਦਾਂ ਡੋਬ ਦਿੱਤੀ ਆ। ਕਿਉਂ ਤੂੰ ਕਹਿੰਦੇ ਮਾਇਆ ਦੇ ਵਿੱਚ ਜੁੜ ਗਿਆ ਤੇ ਪਰਮਾਤਮਾ ਨਾਲੋਂ ਟੁੱਟ ਗਿਆ। ਇਸੇ ਕਰਕੇ ਤੇਰੀ ਜੀਵਨ ਨੌਕਾ ਰੜੇ ਮੈਦਾਨ 'ਚ ਕਹਿੰਦੇ ਡੁੱਬੀ ਜਾ ਰਹੀ ਆ। ਸੁਰ ਨਰ ਦਾਦੇ ਲਾਗੀ ਆਗ, ਨਿਕਟ ਨੀਰ ਪਸ ਪੀਵਸ ਨਾ ਚਾਗ। ਕਹਿੰਦੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਉਹ ਦੇਵਤਿਆਂ ਨੂੰ, ਮਨੁੱਖਾਂ ਨੂੰ, ਸਾਰਿਆਂ ਨੂੰ ਲੱਗੀ ਹੋਈ ਆ। ਕਹਿੰਦੇ ਪਰਮਾਤਮਾ ਦਾ ਨਾਮ ਜਲ ਨੇੜੇ ਹੀ ਆ, ਪਰ ਕਹਿੰਦੇ ਇਹ ਜੀਵ ਪਸ਼ੂ ਬਿਰਤੀ ਕਰਕੇ ਇਸ ਨਾਮ ਜਲ ਦੇ ਨਾਲ ਤ੍ਰਿਸ਼ਨਾ ਨੂੰ ਬੁਝਾਉਂਦਾ ਹੀ ਨਹੀਂ, ਆਪਣੀ ਨੂੰ ਨਾਮ ਜਲ ਵੱਲ ਦੇਖਦਾ ਹੀ ਨਹੀਂ। ਕਹਿੰਦੇ ਚੇਤਿਤ ਚੇਤਿਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਕਹਿੰਦੇ ਜਿਹੜੇ ਜੀਵ ਉਸ ਪਰਮਾਤਮਾ ਨੂੰ ਚੇਤੇ 'ਚ ਵਸਾਉਂਦੇ ਨੇ, ਉਹਦਾ ਨਾਮ ਜਪਦੇ ਨੇ, ਉਹਨਾਂ ਦੇ ਅੰਦਰੋਂ ਨਾਮ ਜਲ ਪ੍ਰਗਟ ਹੋ ਜਾਂਦਾ। ਕਬੀਰ ਜੀ ਕਹਿੰਦੇ ਨੇ ਇਹ ਨਾਮ ਜਲ ਬਹੁਤ ਹੀ ਪਵਿੱਤਰ ਆ, ਜੋ ਸਾਡੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦਾ ਹੈ। ਗੌੜੀ ਕਬੀਰ ਜੀ, ਜਿਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਇਸ ਤਰ੍ਹਾਂ ਦਾ ਸ਼ਬਦ ਗੁਰੂ ਰਾਮਦਾਸ ਜੀ ਨੇ ਵੀ ਵਰਤਿਆ ਬਾਣੀ 'ਚ। ਕਬੀਰ ਜੀ ਕਹਿੰਦੇ ਨੇ ਜਿਸ ਮਾਂ ਦਾ ਬੱਚਾ ਪਰਮਾਤਮਾ ਦੇ ਗਿਆਨ ਦੀ ਗੱਲ ਨਹੀਂ ਕਰਦਾ, ਪਰਮਾਤਮਾ ਦਾ ਨਾਂ ਨਹੀਂ ਜਪਦਾ, ਕਹਿੰਦੇ ਉਹਦੇ ਜੰਮਣ ਤੋਂ ਪਹਿਲਾਂ ਹੀ ਮਾਂ ਵਿਧਵਾ ਕਿਉਂ ਨਾ ਹੋ ਗਈ, ਵੀ ਉਹ ਜੰਮਿਆ ਹੀ ਕਿਉਂ। ਮਤਲਬ ਕਿੰਨੀ ਵੱਡੀ ਗੱਲ ਕਹਿੰਦੇ ਨੇ। ਇੰਨੀ ਪਰਮਾਤਮਾ ਦੀ ਭਗਤੀ ਦੀ ਮਹਿਮਾ ਇੰਨੀ ਸਾਡੇ ਲਈ ਜ਼ਰੂਰੀ ਆ ਕਰਨੀ। ਜਿਹ ਨਰ ਰਾਮ ਭਗਤ ਨਹੀਂ ਸਾਦੀ, ਜਨਮਤ ਕਸ ਨਾ ਮੋਹ ਅਪਰਾਧੀ। ਰਹਾਓ। ਕਹਿੰਦੇ ਜਿਸ ਨੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਉਹ ਕਹਿੰਦੇ ਅਪਰਾਧੀ ਜਨਮ ਦਾ ਸਾਰੀ ਕਿਉਂ ਨਾ ਮਰ ਗਿਆ। ਮਤਲਬ ਕਿਉਂ ਉਹ ਜਿੰਦਾ ਰਹਿ ਗਿਆ ਜੋ ਪਰਮਾਤਮਾ ਦੀ ਭਗਤੀ ਨਹੀਂ ਕਰ ਰਿਹਾ। ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁਜ ਰੂਪ ਜੀਵੈ ਜਗ ਮਜਿਆ। ਕਹਿੰਦੇ ਵੀ ਸੰਸਾਰ ਦੇ ਵਿੱਚ ਕਿੰਨੇ ਹੀ ਬੱਚੇ ਨੇ ਜਿਹਨੇ ਮਤਲਬ ਮਾਂ ਦੇ ਗਰਭ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਆ। ਫਿਰ ਕਹਿੰਦੇ ਵੀ ਜਿਹੜਾ ਇਹ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦਾ, ਵੀ ਇਹ ਕਿਉਂ ਨਾ ਉਵੇਂ ਮਰ ਗਿਆ, ਵੀ ਇਹ ਕਿਉਂ ਬਚਿਆ ਰਹਿ ਗਿਆ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਫਿਰ ਕਬੀਰ ਜੀ ਕਹਿੰਦੇ ਨੇ ਜੇ ਕੋਈ ਜੀਵ ਦੇਖਣ ਨੂੰ ਸਰੀਰਕ ਪੱਖੋਂ ਚਾਹੇ ਕਿੰਨਾ ਹੀ ਸੁੰਦਰ ਤੇ ਸੋਹਣਾ ਹੋਵੇ, ਪਰ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਤਾਂ ਉਹ ਫਿਰ ਕੁੱਬਾ ਤੇ ਕੁੱਝ ਆ। ਉਹਨੂੰ ਫਿਰ ਕਰੂਪ ਕਹਿਣਗੇ ਵੀ ਇਹ ਮਤਲਬ ਇਹਦੀ ਵੀ ਸ਼ਕਲੋਂ ਚਾਹੇ ਚੰਗਾ, ਪਰ ਇਹ ਕਿਉਂਕਿ ਮਨ ਤੋਂ ਚੰਗਾ ਨਹੀਂ ਬਣਿਆ ਪਰਮਾਤਮਾ ਦਾ ਨਾਂ ਲੈ ਕੇ, ਫਿਰ ਕਹਿੰਦੇ ਉਹਨੂੰ ਜਿੱਦਾਂ ਕੁੱਬਾ ਤੇ ਕਰੂਪ ਹੀ ਸਮਝਦੇ ਨੇ, ਬੇਰੂਪ। ਪਰਮਾਤਮਾ ਦੀ ਨਾਮ ਦੀ ਇੰਨੀ ਮਹਿਮਾ ਸਾਡੇ ਲਈ ਇੰਨਾ ਜ਼ਰੂਰੀ ਆ, ਪਰਮਾਤਮਾ ਦਾ ਨਾਮ ਜਪਣਾ। ਔਰ ਜਦੋਂ ਜੀਵ ਜਪਣ ਲੱਗਦਾ ਉਹ ਪਿਆਰਾ ਹੀ ਇੰਨਾ ਲੱਗਦਾ, ਫਿਰ ਉਹ ਛੱਡਦਾ ਨਹੀਂ ਜੀਵ। ਬਸ ਇੱਕ ਵਾਰ ਪਿਆਰ ਪੈ ਜਾਣ ਦੀ ਗੱਲ ਆ ਪਰਮਾਤਮਾ ਦੇ ਨਾਮ 'ਚ। ਜਦ ਇੱਕ ਵਾਰ ਨਾਮ 'ਚ ਪਿਆਰ ਪੈ ਗਿਆ, ਪਰਮਾਤਮਾ ਦੀ ਭਗਤੀ ਪਰਮਾਤਮਾ ਨੇ ਆਪ ਦਾਨ ਦੇ ਦਿੱਤੀ, ਬਸ ਫਿਰ ਪਰਮਾਤਮਾ ਨੇ ਆਨੰਦ ਹੀ ਬਣਾ ਦਿੱਤਾ ਜੀਵ ਲਈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।